बहुत ही ਸਤਿਕਾਰਯੋਗ ਹਾਜ਼ਰੀਨ, ਆਓ ਸਭ ਤੋਂ ਪਹਿਲਾਂ ਗੁਰਦੇਵ ਪਾਤਸ਼ਾਹ ਦੀ ਬਖਸ਼ਿਸ਼ ਪਵਿੱਤਰ ਫਤਿਹ ਬੁਲੰਦ ਕਰੀਏ। ਸਤਿਕਾਰ ਸਹਿਤ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਸਰ ਕੋਸ਼ਿਸ਼ ਹੁੰਦੀ ਹੈ ਤੁਹਾਡੇ ਨਾਲ ਸਿੱਖ ਇਤਿਹਾਸ ਦੇ ਵਿੱਚੋਂ ਕੋਈ ਨਾ ਕੋਈ ਅਜਿਹੀ ਜਾਣਕਾਰੀ ਸਾਂਝੀ ਕਰ ਸਕਾਂ ਜਿਸ ਦੇ ਬਾਰੇ ਜਾਂ ਤਾਂ ਸਾਡੇ ਇਤਿਹਾਸਿਕ ਸਰੋਤਾਂ ਦੇ ਵਿੱਚ ਕੁਝ ਦੁਬਿਧਾਵਾਂ ਨੇ, ਜਾਂ ਫਿਰ ਉਹ ਜਾਣਕਾਰੀ ਬੜੀ ਅਹਿਮ ਹੁੰਦੀ ਹੈ ਪਰ ਅਸੀਂ ਪੰਨੇ ਫਰੋਲਦਿਆਂ ਉਸ ਜਾਣਕਾਰੀ ਦੇ ਉੱਪਰ ਧਿਆਨ ਕੇਂਦਰਿਤ ਕਰਨ ਤੋਂ ਬਿਨਾਂ ਹੀ ਲੰਘ ਜਾਂਦੇ ਹਾਂ, ਜਾਂ ਫਿਰ ਉਸ ਜਾਣਕਾਰੀ ਨਾਲ ਸੰਬੰਧਿਤ ਜੋ ਕੁਝ ਸਰੋਤਾਂ ਦੇ ਵਿੱਚ ਹੁੰਦਾ ਹੈ ਉਸ ਨੂੰ ਅਸੀਂ ਕਈ ਵਾਰੀ ਇਨ ਬਿਨ ਬਿਆਨ ਕਰ ਦਿੰਦੇ ਹਾਂ, ਜਿਹੜੀ ਕਿ ਸਰੋਤਿਆਂ ਦੇ ਵਾਸਤੇ ਸੁਣਨ ਵਾਸਤੇ ਤਾਂ ਕਈ ਵਾਰੀ ਬੜੀ ਰੌਚਕ ਹੁੰਦੀ ਹੈ, ਦਿਲਚਸਪ ਹੁੰਦੀ ਹੈ, ਪਰ ਕਿਤੇ ਨਾ ਕਿਤੇ ਉਹ ਇਤਿਹਾਸਕ ਤੱਥਾਂ ਤੋਂ ਬਹੁਤ ਦੂਰ ਹੁੰਦੀ ਹੈ। ਸੋ ਘਟਨਾਕ੍ਰਮ ਬੜਾ ਛੋਟਾ ਹੈ, ਵੇਖਣ ਦੇ ਵਿੱਚ ਤੁਹਾਨੂੰ ਗੱਲ ਵੀ ਸ਼ਾਇਦ ਛੋਟੀ ਲੱਗੇਗੀ, ਪਰ ਇਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਗੱਲ 1738 ਈਸਵੀ ਦੀ ਹੈ, ਜਿਸ ਦੇ ਕੋਲ ਉਸ ਵੇਲੇ ਅੰਮ੍ਰਿਤਸਰ ਦਾ ਪ੍ਰਬੰਧ ਸੀ। ਕਾਜ਼ੀ ਅਬਦੁਲ ਰਜ਼ਾਕ ਮਾਰਿਆ ਗਿਆ ਸਿੰਘਾਂ ਦੇ ਹੱਥੋਂ, ਤੇ ਜ਼ਕਰੀਆ ਖਾਨ ਨੇ ਅੰਮ੍ਰਿਤਸਰ ਦਾ ਫੌਜਦਾਰ ਮਸਾਹੂਦੀਨ, ਜਿਹੜਾ ਕਿ ਪਿੰਡ ਮੰਡਿਆਲੇ ਦਾ ਰਹਿਣ ਵਾਲਾ ਸੀ, ਉਸ ਨੂੰ ਨਿਯੁਕਤ ਕਰ ਦਿੱਤਾ। ਅਕਸਰ ਜਿਸ ਨੂੰ ਅਸੀਂ ਇਤਿਹਾਸ ਦੇ ਵਿੱਚ ਮੱਸਾ ਰੰਗੜ ਦੇ ਨਾਮ ਦੇ ਨਾਲ ਜਾਣਦੇ ਹਾਂ। ਇਸਲਾਮੀ ਇਤਿਹਾਸਕਾਰ, ਮੈਂ ਕਿਸੇ ਸਿੱਖ ਇਤਿਹਾਸਕਾਰ ਦੀ ਜੇ ਨਾ ਗੱਲ ਕਰਾਂ ਤਾਂ ਤਹਿਮਸ ਮਸਕੀਨ ਇਹ ਲਿਖਦਾ ਹੈ ਕਿ ਜਦੋਂ ਅੰਮ੍ਰਿਤਸਰ ਦੇ ਹੱਥਾਂ ਜਿਹੜਾ ਪ੍ਰਬੰਧ ਸੀ ਉਹਦੇ ਹੱਥਾਂ ਦੇ ਵਿੱਚ ਆਇਆ ਤੇ ਜਿਸ ਤਰ੍ਹਾਂ ਦੇ ਨਾਲ ਸਿੱਖਾਂ ਦੇ ਉੱਪਰ ਹਕੂਮਤ ਦਾ ਦਮਨ ਚੱਕਰ ਸ਼ੁਰੂ ਹੋਇਆ, ਸਿੱਖਾਂ ਦੇ ਸਿਰਾਂ ਦਾ ਮੁੱਲ ਵੱਧ ਕੇ 80 ਰੁਪਏ ਤੱਕ ਚਲਾ ਗਿਆ। ਘੋੜੇ ਤੇ ਮਾਲ ਅਸਬਾਬ ਜੋ ਕੋਈ ਸਿੱਖਾਂ ਦਾ ਲੁੱਟਿਆ ਜਾਂਦਾ ਸੀ, ਉਹਦੇ ਬਾਰੇ ਹਕੂਮਤ ਨੇ ਇਹ ਫਰਮਾਨ ਜਾਰੀ ਕਰ ਦਿੱਤਾ ਕਿ ਜੋ ਕੁਝ ਵੀ ਤੁਹਾਨੂੰ ਸਿੱਖਾਂ ਦੀ ਲੁੱਟ ਦੇ ਵਿੱਚੋਂ ਪ੍ਰਾਪਤ ਹੁੰਦਾ ਹੈ ਉਹ ਤੁਹਾਡਾ ਹੈ, ਸਰਕਾਰ ਨੂੰ ਇਸ ਦੇ ਵਿੱਚੋਂ ਕੋਈ ਹਿੱਸਾ ਦੇਣ ਦੀ ਲੋੜ ਨਹੀਂ। ਸੋ ਜਿਹੜੇ ਸਿੰਘ ਉਸ ਵੇਲੇ ਕੁਝ ਪਰਿਵਾਰਾਂ ਵਾਲੇ ਸਨ, ਉਹਨਾਂ ਨੂੰ ਵੀ ਆਪਣੇ ਇਲਾਕੇ ਛੱਡਣੇ ਪਏ, ਕਿਉਂਕਿ ਅਕਸਰ ਜਦੋਂ ਸਿਰ ਦਾ ਮੁੱਲ ਪੈ ਰਿਹਾ ਸੀ ਤਾਂ ਪਿੰਡਾਂ ਦੇ ਵਿੱਚੋਂ ਜਿਹੜੇ ਕਹਿ ਸਕਦੇ ਹੋ ਕਿ ਮੈਦਾਨੇ ਜੰਗ ਦੇ ਵਿੱਚ ਜੂਝਣ ਵਾਲੇ ਸਿੰਘ ਨਹੀਂ ਸਨ, ਉਹਨਾਂ ਨੂੰ ਵੀ ਹਕੂਮਤ ਦੇ ਸਾਹਮਣੇ ਮਾਰਨ ਤੋਂ ਬਾਅਦ ਉਹਨਾਂ ਦੇ ਸਿਰ ਪੇਸ਼ ਕੀਤੇ ਜਾਂਦੇ ਸੀ, ਕਿਉਂਕਿ ਪੈਸਾ ਮਿਲ ਰਿਹਾ ਸੀ। ਉਹਨਾਂ ਦਿਨਾਂ ਦੇ ਵਿੱਚ 80 ਰੁਪਏ ਸਿਰ ਦਾ ਮੁੱਲ ਹੋਣਾ ਬਹੁਤ ਵੱਡੀ ਗੱਲ ਹੈ। ਕੁਝ ਮਾਲਵੇ ਦੇ ਜੰਗਲ ਚਲੇ ਗਏ, ਕੁਝ ਬੀਕਾਨੇਰ ਚਲੇ ਗਏ, ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਿਹੜੇ ਸਿੰਘ ਸੀ ਉਹ ਖਿਲਰ ਗਏ। ਹੁਣ ਇਹਦੇ ਵਿੱਚ ਸਭ ਤੋਂ ਅਹਿਮ ਗੱਲ ਜਿਹੜੀ ਸਮਝਣ ਵਾਲੀ ਹੈ ਕਿ ਭਾਈ ਬਲਾਕਾ ਸਿੰਘ ਦੀ ਭੂਮਿਕਾ। ਜਿਸ ਵੇਲੇ ਸਿੰਘ ਪੰਜਾਬ ਨੂੰ ਛੱਡ ਕੇ ਵੱਖ-ਵੱਖ ਆਪਣੀਆਂ ਛੁਪਣਗਾਹਾਂ ਦੇ ਵਿੱਚ ਨੇ, ਤਾਂ ਉਸ ਵੇਲੇ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਭਾਈ ਬਲਾਕਾ ਸਿੰਘ ਦੀ ਭੂਮਿਕਾ ਕਿੰਨੀ ਅਹਿਮ ਹੈ। ਭਾਈ ਬਲਾਕਾ ਸਿੰਘ ਇਤਿਹਾਸਕ ਸਰੋਤਾਂ ਦੇ ਮੁਤਾਬਕ ਪਿੰਡ ਕੰਗ ਦੇ ਰਹਿਣ ਵਾਲੇ, ਔਰ ਉਹ ਉਸ ਵੇਲੇ ਪਹੁੰਚਦੇ ਨੇ ਬੀਕਾਨੇਰ, ਜਿੱਥੇ ਸਰਦਾਰ ਸ਼ਾਮ ਸਿੰਘ ਹੁਣੀ, ਜਿੱਥੇ ਮਹਿਤਾਬ ਸਿੰਘ ਮੀਰਾਂਕੋਟ, ਜਿੱਥੇ ਸਰਦਾਰ ਸੁੱਖਾ ਸਿੰਘ ਮਾੜੀ ਕੰਬੋਕੇ, ਇਹ ਸਾਰੇ ਹੀ ਉੱਥੇ ਜਥੇ ਦੇ ਰੂਪ ਦੇ ਵਿੱਚ ਬੁੱਢਾ ਜੌੜ ਬੀਕਾਨੇਰ ਤੋਂ ਥੋੜ੍ਹੀ ਦੂਰੀ ਦੇ ਉੱਪਰ ਇੱਕ ਕਹਿ ਸਕਦੇ ਹੋ ਕਿ ਕੈਂਪ ਦੇ ਵਿੱਚ ਜਾਂ ਫਿਰ ਇੱਕ ਵਿਸ਼ਰਾਮਗਾਹ ਦੇ ਵਿੱਚ ਨੇ। ਬਲਾਕਾ ਸਿੰਘ ਜਦੋਂ ਉੱਥੇ ਪਹੁੰਚਦਾ ਹੈ ਤਾਂ ਇੱਕ ਚਰਚਾ ਹੋਰ ਵੀ ਕਰਨੀ ਬੜੀ ਜ਼ਰੂਰੀ ਹੈ ਕਿ ਜਦੋਂ ਅਸੀਂ ਬਲਾਕਾ ਸਿੰਘ ਕੰਗ ਦੇ ਪਹੁੰਚਣ ਉਪਰੰਤ ਜਿਹੜੀ ਉੱਥੇ ਵਾਰਤਾਲਾਪ ਵਿਖਾਈ ਜਾਂਦੀ ਹੈ ਮਹਿਤਾਬ ਸਿੰਘ ਮੀਰਾਂਕੋਟ ਦੇ ਨਾਲ, ਤੇ ਉਸ ਤੋਂ ਇਲਾਵਾ ਬਲਾਕਾ ਸਿੰਘ ਕੰਗ ਦੇ ਵਿਚਕਾਰ, ਉਹਦੇ ਵਿੱਚ ਇਸ ਗੱਲ ਨੂੰ ਸਮਝਣਾ ਬੜੀ ਜ਼ਰੂਰੀ ਹੈ ਕਿ ਅਕਸਰ ਕਈ ਵਾਰੀ ਅਸੀਂ ਸੋਚਦੇ ਹਾਂ ਕਿ ਇਤਿਹਾਸ ਦੇ ਸਰੋਤ ਕੇਵਲ ਕਾਵ ਰੂਪ ਦੇ ਵਿੱਚ ਹੀ ਹੁੰਦੇ ਨੇ, ਜਾਂ ਫਿਰ ਕਾਵ ਰੂਪ ਦੇ ਵਿੱਚ ਹੀ ਇਤਿਹਾਸ ਦੀ ਪੇਸ਼ਕਾਰੀ ਵਧੀਆ ਕੀਤੀ ਜਾ ਸਕਦੀ ਹੈ। ਪਰ ਬੇਸ਼ੱਕ ਕਿ ਸਾਡਾ ਜਿਹੜਾ ਪੁਰਾਤਨ ਇਤਿਹਾਸ ਹੈ ਉਹ ਵਾਰਤਕ ਦੇ ਵਿੱਚ ਵੀ ਹੈ, ਜਨਮ ਸਾਖੀਆਂ ਦੇ ਵਿੱਚ ਵੀ ਹੈ, ਪਰ ਇਹ ਮੁੱਦਾ ਅਹਿਮ ਨਹੀਂ ਹੈਗਾ ਕਿ ਇਤਿਹਾਸ ਕਾਵ ਰੂਪ ਦੇ ਵਿੱਚ ਹੋਵੇ ਜਾਂ ਇਤਿਹਾਸ ਵਾਰਤਕ ਦੇ ਵਿੱਚ ਹੋਵੇ। ਗੱਲ ਅਹਿਮ ਤਾਂ ਇਹ ਹੁੰਦੀ ਹੈ ਕਿ ਅਥੈਂਟਿਕ ਕਿਹੜਾ ਹਿੱਸਾ ਹੈ ਜਾਂ ਅਥੈਂਟਿਸਿਟੀ ਕਿਸ ਦੇ ਵਿੱਚ ਹੈ। ਜੇ ਮਿਸ ਇੰਟਰਪ੍ਰੀਟੇਸ਼ਨ, ਇਤਿਹਾਸ ਦਾ ਵਿਗਾੜ ਜੇਕਰ ਵਾਰਤਕ ਦੇ ਵਿੱਚ ਹੈ ਤਾਂ ਉਹ ਵੀ ਸਵੀਕਾਰ ਨਹੀਂ, ਤੇ ਉਹੀ ਜੇਕਰ ਇਤਿਹਾਸ ਦੀ ਭੰਨ ਤੋੜ ਤੇ ਵਿਗਾੜ ਜਿਹੜੀ ਹੈ ਜੇਕਰ ਕਾਵ ਰੂਪ ਦੇ ਵਿੱਚ ਹੈ
ਤੇ ਸਵੀਕਾਰ ਉਹ ਵੀ ਨਹੀਂ। ਪਰ ਮੈਂ ਇੱਕ ਗੱਲ ਵੀ ਬੇਨਤੀ ਕਰ ਦੇਵਾਂ ਕਿ ਚਾਹੇ ਸਾਡੇ ਵਾਰਤਕ ਸਰੋਤ ਨੇ, ਚਾਹੇ ਸਾਡੇ ਕਾਵਿਕ ਸਰੋਤ ਨੇ, ਕਿਤੇ ਨਾ ਕਿਤੇ ਮਿਸ ਇੰਟਰਪ੍ਰੀਟੇਸ਼ਨ ਉਹਦੀ ਵਿਆਖਿਆ ਦੇ ਵਿੱਚ ਵੀ ਹੈ, ਉਹਦੇ ਮੂਲ ਦੇ ਵਿੱਚ ਵੀ ਹੈ। ਇਸ ਕਰਕੇ ਇਤਿਹਾਸ ਦੀ ਚੋਣ ਜਾਂ ਫਿਰ ਇਤਿਹਾਸਕ ਸਰੋਤਾਂ ਦੇ ਵਿੱਚੋਂ ਸਹੀ ਘਟਨਾ ਦੀ ਚੋਣ ਜਿਹੜੀ ਹੈ ਉਹ ਬੜੇ ਧਿਆਨ ਦੇ ਨਾਲ ਕਰਨੀ ਪੈਂਦੀ ਹੈ। ਹੁਣ ਇੱਥੇ ਕਾਵ ਦੇ ਵਿੱਚ ਉਹਨੂੰ ਪੇਸ਼ਕਾਰੀ ਦੇ ਵਿੱਚ ਸਾਨੂੰ ਬਹੁਤ ਵਧੀਆ ਲੱਗਦਾ ਹੈ, ਕਿਉਂਕਿ ਸਾਡੇ ਕੰਨ ਜਿਹੜੇ ਨੇ ਉਹ ਕਿਤੇ ਨਾ ਕਿਤੇ ਰਸ ਸੁਣਨ ਦੇ ਜਿਹੜੇ ਨੇ ਆਦੀ ਹੁੰਦੇ ਨੇ, ਤੇ ਜਿਸ ਰਸ ਦੇ ਵਿੱਚੋਂ ਸਾਨੂੰ ਦਿਲਚਸਪੀ ਜਾਂ ਰੌਚਕਤਾ ਮਿਲ ਰਹੀ ਹੁੰਦੀ ਹੈ, ਸਾਨੂੰ ਉਹ ਵਾਰਤਾਲਾਪ ਬੜੀ ਚੰਗੀ ਲੱਗਦੀ ਹੈ, ਸਾਨੂੰ ਉਹ ਸੁਣਨਾ ਚੰਗਾ ਲੱਗਦਾ ਹੈ। ਹੁਣ ਇਸ ਵਾਰਤਾਲਾਪ ਦੇ ਵਿੱਚ ਜਦੋਂ ਸਰਦਾਰ ਬਲਾਕਾ ਸਿੰਘ ਉੱਥੇ ਪਹੁੰਚਦੇ ਨੇ ਤੇ ਮਹਿਤਾਬ ਸਿੰਘ ਮੀਰਾਕੋਟ ਪੁੱਛਦੇ ਨੇ ਕਿ ਅੰਮ੍ਰਿਤਸਰ ਦਾ ਹਾਲ ਕੀ ਹੈ, ਉਹ ਹਾਲ ਦੱਸਦੇ ਨੇ, ਕਹਿੰਦੇ ਬਹੁਤ ਬੁਰਾ ਹੈ, ਸਿੱਖ ਕੋ ਕੇ ਮਾਰੇ ਜਾ ਰਹੇ ਨੇ, ਸਿਰਾਂ ਦੇ ਮੁੱਲ ਨੇ, ਮਾਲ ਸਬਾਬ ਲੁੱਟੇ ਜਾ ਰਹੇ ਨੇ, ਘਰ ਢਾਏ ਜਾ ਰਹੇ ਨੇ। ਤਾਂ ਉਸ ਵੇਲੇ ਸਰਦਾਰ ਮਹਿਤਾਬ ਸਿੰਘ ਨੂੰ ਉਸ ਨੂੰ ਸਵਾਲ ਕਰਦਾ ਵਿਖਾਇਆ ਗਿਆ ਹੈ ਕਿ ਫਿਰ ਤੂੰ ਇੱਥੇ ਦੱਸਣ ਕਿਵੇਂ ਆ ਗਿਆ, ਤੈਨੂੰ ਤਾਂ ਉੱਥੇ ਮਰ ਜਾਣਾ ਚਾਹੀਦਾ ਸੀ। ਤੇ ਉਹਦੇ ਜਵਾਬ ਦੇ ਵਿੱਚ, ਹੁਣ ਇਹ ਸਵਾਲ ਜਵਾਬ ਦੇ ਵਿੱਚ ਰੌਚਕਤਾ ਤੁਹਾਨੂੰ ਮਹਿਸੂਸ ਹੋਵੇਗੀ ਵੀ ਫਿਰ ਤੈਨੂੰ ਤਾਂ ਉੱਥੇ ਹੀ ਜਦੋਂ ਇੰਨੀ ਬੇਅਦਬੀ ਹੋ ਰਹੀ ਸੀ, ਦਰਬਾਰ ਸਾਹਿਬ ਦੇ ਅੰਦਰ ਮੱਸਾ ਰੰਗੜ ਜਿਹੜਾ ਸੀਗਾ ਉਹ ਨੱਚਣ ਵਾਲੀਆਂ ਨਚਾ ਰਿਹਾ ਸੀ, ਇੰਨੀ ਬੇਅਦਬੀ ਹੋ ਰਹੀ ਸੀ, ਅੰਦਰ ਮੁਜਰੇ ਹੋ ਰਹੇ ਸੀ, ਸਿੰਘਾਂ ਦੇ ਸਿਰਾਂ ਦੇ ਮੁੱਲ ਪੈ ਰਹੇ ਸੀ, ਤੈਨੂੰ ਤਾਂ ਉੱਥੇ ਮਰ ਜਾਣਾ ਚਾਹੀਦਾ ਸੀ। ਤੇ ਉਹ ਕਹਿੰਦਾ ਕਿ ਤੁਸੀਂ ਮੈਨੂੰ ਮਰਨ ਦੀ ਗੱਲ ਕਰਦੇ ਹੋ, ਤੇ ਆਪ ਜੇਕਰ ਇੰਨੇ ਬਹਾਦਰ ਹੋ ਤਾਂ ਪੰਜਾਬ ਛੱਡ ਕੇ ਬਾਹਰ ਆ ਕੇ ਕਿਉਂ ਬੈਠੇ ਹੋ? ਤੁਹਾਡੇ ਤੋਂ ਵੱਧ ਤਾਂ ਉਹ ਬਹਾਦਰ ਨੇ ਜਿਹੜੇ ਬੇਸ਼ੱਕ ਸਿਰਾਂ ਦੇ ਮੁੱਲ ਪੈ ਰਹੇ ਨੇ, ਫਿਰ ਵੀ ਪੰਜਾਬ ਦੇ ਵਿੱਚ ਬੈਠੇ ਹੋਏ ਨੇ। ਪਰ ਇਹ ਸਾਰੀ ਵਾਰਤਾਲਾਪ ਜਿਹੜੀ ਹੈ, ਇਹ ਬਿਲਕੁਲ ਮੈਨੂੰ ਤਾਂ ਕਈ ਵਾਰੀ ਉਸ ਤਰ੍ਹਾਂ ਦੀ ਲੱਗਦੀ ਹੈ ਜਿਸ ਤਰ੍ਹਾਂ ਉਹ ਸਵਾਲ ਕਰਦਾ ਨਾ ਇਸ ਕਾਵ ਸਾਡੇ ਕਾਵਿਕ ਸਰੋਤ ਦੇ ਵਿੱਚ ਕਿ ਮਰਿਆ ਕਿਉਂ ਨਾ, ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਕਿਤੇ ਤੁਹਾਨੂੰ ਕਵੀ ਹਿਰਦੇ ਰਾਮ ਦਾ ਹਨੂਮਾਨ ਨਾਟਕ ਪੜ੍ਹਨ ਦਾ ਮੌਕਾ ਮਿਲੇ ਤਾਂ ਉਹਦੇ ਵਿੱਚ ਜਦੋਂ ਹਨੂਮਾਨ ਆ ਕੇ ਰਾਮ ਜੀ ਨੂੰ ਸੀਤਾ ਦੇ ਹਾਲਾਤ ਦੱਸਦਾ ਹੈ ਕਿ ਉਹ ਤੁਹਾਡੇ ਤੋਂ ਬਿਨਾਂ ਉੱਥੇ ਅਸ਼ੋਕ ਵਾਟਕਾ ਦੇ ਚ ਰਹਿ ਰਹੀ ਹੈ, ਤੇ ਉੱਥੇ ਫਿਰ ਰਾਮ ਦਾ ਸਵਾਲ ਹੈ ਕਿਉਂ ਨਾ ਮੂਈ ਹਮ ਤੇ ਬਿਸਰਾਈ, ਤੇ ਅੱਗੋਂ ਜਵਾਬ ਦਿੰਦਾ ਹੈ, ਕਹਿੰਦਾ ਪ੍ਰਾਨ ਬਸੇ ਪਦ ਪੰਕਜ ਮੇ ਜਮ ਆਵਤ ਹੈ ਪਰ ਪਾਵਤ ਨਹੀਂ। ਸੋ ਬਿਲਕੁਲ ਇਸੇ ਤਰ੍ਹਾਂ ਦਾ ਇੱਕ ਨਕਸ਼ਾ ਜਿਹਾ ਖਿੱਚ ਦਿੱਤਾ ਗਿਆ ਵੀ ਤੂੰ ਇੱਥੇ ਕੀ ਦੱਸਣ ਆ ਗਿਆ, ਤੂੰ ਉੱਥੇ ਕਿਉਂ ਨਾ ਮਰ ਗਿਆ। ਪਰ ਜਦੋਂ ਕਿ ਇਵੇਂ ਦੀ ਗੱਲ ਬਿਲਕੁਲ ਨਹੀਂ ਹੈ। ਹੁਣ ਉਹ ਕਾਵ ਰਚਨਾ ਦੇ ਵਿੱਚ ਰੌਚਕਤਾ ਹੈ ਤੇ ਉਹਦੇ ਨਾਲ ਇਤਿਹਾਸਕ ਤੱਥਾਂ ਦੀ ਜਿਹੜੀ ਹੈ ਉਹ ਅਣਦੇਖੀ ਹੋ ਜਾਂਦੀ ਹੈ। ਮਹਿਤਾਬ ਸਿੰਘ ਜਾਣਦੇ ਨੇ ਕਿ ਸਰਦਾਰ ਬਲਾਕਾ ਸਿੰਘ ਉਸ ਵੇਲੇ ਸਿੱਖਾਂ ਦੇ ਜਿਹੜਾ ਖੁਫੀਆ ਤੰਤਰ ਹੈ ਉਸ ਦੀ ਭੂਮਿਕਾ ਜਾਂ ਉਸ ਦਾ ਇੱਕ ਅਹਿਮ ਅੰਸ਼ ਹੈ, ਜਾਂ ਕਹਿ ਸਕਦੇ ਹੋ ਕਿ ਉਸ ਵੇਲੇ ਜਿਹੜਾ ਸਿੱਖਾਂ ਦਾ ਇੰਟੈਲੀਜੈਂਸ ਸਿਸਟਮ ਹੈ, ਜਿਹੜਾ ਗੁਰੂ ਕਾਲ ਤੋਂ ਆ, ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਤੁਸੀਂ ਬਾਬਾ ਬਿਧੀ ਚੰਦ ਜਦੋਂ ਘੋੜੇ ਲੈ ਕੇ ਆਉਂਦੇ ਨੇ ਤੇ ਉਹਨਾਂ ਘੋੜਿਆਂ ਦੀ ਸੂਹ ਵੀ ਇੱਕ ਗੁਰੂ ਘਰ ਦਾ ਸ਼ਰਧਾਲੂ ਹੀ ਆ ਕੇ ਦੱਸਦਾ ਹੈ ਕਿ ਉਹ ਘੋੜੇ ਕਿੱਥੇ ਕਿੱਥੇ ਨੇ। ਇਸੇ ਤਰ੍ਹਾਂ ਸਰੂਪ ਸਿੰਘ ਕੌਸ਼ਿਸ਼ ਦੀਆਂ ਲਿਖੀਆਂ ਤੇ ਪਿਆਰਾ ਸਿੰਘ ਪਦਮ ਹੋਣਾ ਦੀਆਂ ਸੰਪਾਦਿਤ ਕੀਤੀਆਂ ਗੁਰੂ ਕੀਆਂ ਸਾਖੀਆਂ ਦੇ ਵਿੱਚ ਜਦੋਂ ਰਾਜਾ ਕੇਸਰੀ ਚੰਦ ਤੇ ਉਦੇ ਚੰਦ ਨੇ ਲੋਹਗੜ੍ਹ ਦੇ ਉੱਪਰ ਹਮਲਾ ਕਰਨਾ ਹੁੰਦਾ ਤੇ ਉਹਦੇ ਚ ਬਕਾਇਦਾ ਸ਼ਬਦ ਆਉਂਦਾ ਹੈ ਕਿ ਸਿੱਖ ਸੂਹੀਏ ਚਤਰ ਸਿੰਘ ਬਰਾੜ ਨੇ ਆ ਕੇ ਸੂਚਨਾ ਦਿੱਤੀ ਕਿ ਹਾਥੀ ਨੂੰ ਸ਼ਰਾਬ ਪਿਆ ਕੇ ਲੋਹਗੜ੍ਹ ਦਾ ਕਿਲਾ ਤੋੜਿਆ ਜਾਵੇਗਾ। ਇਸੇ ਤਰ੍ਹਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਇੱਕ ਬਹੁਤ ਪਿਆਰੀ ਉਦਾਹਰਨ ਹੈ ਕਿ ਜਿਹੜਾ ਲੰਕਾ ਦਾ ਰਾਜਾ ਰਾਵਣ ਹੈ ਉਹਦੇ ਕੋਲ ਬਹੁਤ ਵਧੀਆ ਕਿਲਾ ਹੈ, ਉਹਦੇ ਕੋਲ ਚੰਗੀ ਫੌਜ ਹੈ, ਉਹਦੇ ਕੋਲ ਸਭ ਤੋਂ ਵੱਡੀ ਖਾਈ ਭਾਵ ਕਿ ਸਮੁੰਦਰ ਉਹਦੇ ਆਲੇ ਦੁਆਲੇ ਹੈ ਉਹਦੀ ਕਿਲੇ ਦੀ ਸੁਰੱਖਿਆ ਦੇ ਵਾਸਤੇ, ਪਰ ਉਹਦੇ ਬਾਵਜੂਦ ਵੀ ਹਨੂਮਾਨ ਜਿਹੜਾ ਹੈ ਉਹ ਉਹਦੇ ਅੰਦਰ ਚਲਾ ਜਾਂਦਾ ਹੈ। ਇਹ ਤਾਂ ਮਤਲਬ ਉਹਦਾ ਖੁਫੀਆ ਤੰਤਰ ਜਿਹੜਾ ਉਹਦਾ ਜਿਹੜਾ ਇੰਟੈਲੀਜੈਂਸ ਸਿਸਟਮ ਹੈ ਉਹ ਕਮਜ਼ੋਰ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਬੜਾ ਪਿਆਰਾ ਇਸ ਦਾ ਪ੍ਰਮਾਣ ਮਿਲਦਾ ਹੈ ਕਿ ਲੰਕਾ ਸਾ ਕੋਟ ਸਮੁੰਦ ਸੀ ਖਾਈ ਤੇ ਰਾਵਣ ਘਰ ਖਬਰ ਨਾ ਕਾਈ। ਖਬਰ ਇੰਟੈਲੀਜੈਂਸ, ਖਬਰ ਤੁਹਾਡੇ ਕੋਲ ਸੂਚਨਾ ਹੋਣੀ, ਇਹਦਾ ਮਤਲਬ ਕਿ ਕਿਤੇ ਨਾ ਕਿਤੇ ਉੱਥੇ ਦੱਸਿਆ ਗਿਆ ਹੈ ਕਿ ਮੈਦਾਨੇ ਜੰਗ ਦੇ ਵਿੱਚ ਜੂਝਣ ਦੇ ਵਾਸਤੇ ਕੇਵਲ ਕਿਲੇ ਦਾ ਜਾਂ ਉਹਦੀ ਸੁਰੱਖਿਆ ਜਾਂ ਫੌਜ ਹੀ ਨਹੀਂ ਬਲਕਿ ਜਿਹੜਾ ਇੰਟੈਲੀਜੈਂਸ ਵਿੰਗ ਹੁੰਦਾ, ਜਿਹੜਾ ਖੁਫੀਆ ਵਿਭਾਗ ਹੁੰਦਾ ਉਹ ਵੀ ਓਨਾ ਜ਼ਰੂਰੀ ਹੁੰਦਾ ਹੈ ਕਿਸੇ ਵੀ ਦੇਸ਼ ਦੇ ਵਾਸਤੇ, ਕਿਸੇ ਵੀ ਲੜ ਰਹੀ ਫੌਜ ਦੇ ਵਾਸਤੇ, ਲਸ਼ਕਰ ਦੇ ਵਾਸਤੇ, ਬਾਗੀਆਂ ਦੇ ਵਾਸਤੇ, ਜਾਂ ਫਿਰ ਜਿਹੜੇ ਵੀ ਲੋਕ ਸੰਘਰਸ਼ੀਲ ਹੁੰਦੇ ਨੇ ਉਹਨਾਂ ਦੇ ਵਾਸਤੇ ਬਹੁਤ ਜ਼ਰੂਰੀ ਹੁੰਦਾ ਹੈ ਖੁਫੀਆ ਤੰਤਰ। ਸੋ ਭਾਈ ਬਲਾਕਾ ਸਿੰਘ ਉਸ ਵੇਲੇ ਉਸ ਖੁਫੀਆ ਤੰਤਰ ਦਾ ਇੱਕ ਅਹਿਮ ਹਿੱਸਾ ਹੈ, ਜਿਸ ਨੂੰ ਇਹ ਪਤਾ ਹੈ ਕਿ ਮੈਂ ਖਬਰ ਪ੍ਰਾਪਤ ਕਿਵੇਂ ਕਰਨੀ ਹੈ, ਜਿਸ ਨੂੰ ਇਹ ਪਤਾ ਹੈ ਕਿ ਸਿੱਖ ਕਿੱਥੇ ਰਹਿ ਰਹੇ ਨੇ, ਮੈਂ ਕਿਸ ਤਰ੍ਹਾਂ ਉੱਥੇ ਤੱਕ ਪਹੁੰਚਣਾ ਹੈ, ਜਿਹਨੂੰ ਕੱਲੇ ਕੱਲੇ ਸਿੱਖਾਂ ਦੇ ਜਥੇ ਦਾ ਪਤਾ ਹੈ ਕਿ ਕਿਹੜਾ ਜਥਾ ਜਿਹੜਾ ਹੈ
ਉੱਥੋਂ ਉਹਦੇ ਵਿੱਚੋਂ ਜਿਹੜੇ ਸਿੰਘ ਨੇ ਉਹ ਆ ਕੇ ਮੱਸੇ ਰੰਗੜ ਦਾ ਸਿਰ ਵੱਢ ਕੇ ਲੈ ਕੇ ਜਾ ਸਕਦੇ ਨੇ। ਸੋ ਇਹ ਜਿਹੜੇ ਸਵਾਲ ਜਵਾਬ ਹੈ ਇਹ ਤਾਂ ਹੋ ਸਕਦੇ ਨੇ ਕਿ ਸਰਦਾਰ ਮਹਿਤਾਬ ਸਿੰਘ ਨੇ ਪੁੱਛਿਆ ਹੋਵੇ ਕਿ ਉਹਦਾ ਅੰਦਰ ਆਉਣ ਦਾ ਸਮਾਂ ਕੀ ਹੈ, ਉੱਥੇ ਕਿੰਨੇ ਕੁ ਉਸ ਦੇ ਜਿਹੜੇ ਸੁਰੱਖਿਆ ਕਰਮੀ ਹੁੰਦੇ ਨੇ। ਜੇਕਰ ਇਹ ਸਾਰਾ ਕਹਿ ਸਕਦੇ ਹੋ ਕਿ ਘਟਨਾਕ੍ਰਮ ਜਾਂ ਇਹ ਵਰਤਾਰਾ ਵਰਤਾਉਣਾ ਹੋਵੇ ਤਾਂ ਕਿਸ ਤਰ੍ਹਾਂ ਦੇ ਕਹਿ ਸਕਦੇ ਹੋ ਪ੍ਰਬੰਧਾਂ ਦੀ ਲੋੜ ਹੈ, ਅੰਦਰ ਦਾਖਲ ਕਿਵੇਂ ਹੋਇਆ ਜਾ ਸਕਦਾ ਹੈ। ਸੋ ਜਿੰਨੀ ਜਾਣਕਾਰੀ ਸਰਦਾਰ ਬਲਾਕਾ ਸਿੰਘ ਲੈ ਕੇ ਗਏ ਹੋਣਗੇ ਉਹ ਸਾਰੀ ਜਾਣਕਾਰੀ ਜਿਹੜੀ ਹੈ ਉਹ ਮਹਿਤਾਬ ਸਿੰਘ ਮੀਰਾਕੋਟ ਨੇ ਉਹਨਾਂ ਦੇ ਕੋਲੋਂ ਪ੍ਰਾਪਤ ਕੀਤੀ ਹੋਵੇਗੀ। ਸੋ ਇਸ ਕਰਕੇ ਇਹ ਜਿਹੜੇ ਇਤਿਹਾਸਕ ਸਰੋਤਾਂ ਦੇ ਵਿੱਚ ਕਈ ਵਾਰੀ ਕਾਵਿ ਦੇ ਵਿੱਚ ਉਸ ਨੂੰ ਰੌਚਕਤਾ ਪ੍ਰਦਾਨ ਕਰਨ ਦੇ ਵਾਸਤੇ ਇਸ ਤਰ੍ਹਾਂ ਦੀ ਗੱਲ ਜਿਹੜੀ ਸਿਰਜ ਲਈ ਜਾਂਦੀ ਹੈ ਉਹ ਕਿਤੇ ਨਾ ਕਿਤੇ ਜਿਹੜੇ ਇਤਿਹਾਸਕ ਸਰੋਤਾਂ ਦੀ ਸਾਡੀ ਕਹਿ ਸਕਦੇ ਹੋ ਕਿ ਮੂਲ ਭਾਵਨਾ ਜਾਂ ਅਥੈਂਟਿਸਿਟੀ ਹੁੰਦੀ ਹੈ ਉਹਦੇ ਉੱਪਰ ਕਿਤੇ ਨਾ ਕਿਤੇ ਇੱਕ ਤਰ੍ਹਾਂ ਦੀ ਗਰਦ ਜਿਹੜੀ ਹੈ ਉਹ ਪੈਦਾ ਕਰ ਦਿੰਦੀ ਹੈ। ਸੋ ਸਰਦਾਰ ਬਲਾਕਾ ਸਿੰਘ ਕੰਗ ਉੱਥੇ ਖਬਰ ਵੀ ਲੈ ਕੇ ਜਾਂਦੇ ਨੇ। ਬਾਅਦ ਦੇ ਵਿੱਚ ਕੁਝ ਸਰੋਤਾਂ ਦੇ ਮੁਤਾਬਕ ਜਿਸ ਵੇਲੇ ਬਾਬਾ ਦੀਪ ਸਿੰਘ ਜੀ ਇਸ ਵਾਲੇ ਪਾਸੇ ਵਾਲੇ ਆਏ ਸੀਗੇ ਤਾਂ ਉਸ ਵੇਲੇ ਬਾਬਾ ਨੌਧ ਸਿੰਘ ਦੀ ਸਮਾਧ ਦੇ ਕੋਲ ਜਿੱਥੇ ਬਣੀ ਹੋਈ ਹੈ ਉੱਥੇ ਉਹ ਦੁਸ਼ਮਣਾਂ ਦੇ ਨਾਲ ਲੜਦੇ ਹੋਏ ਸ਼ਹਾਦਤ ਪ੍ਰਾਪਤ ਕਰ ਗਏ ਸੀ। ਇੱਕ ਬੇਨਤੀ ਹੋਰ ਵੀ ਕਰ ਦੇਵਾਂ ਕਿ ਬਲਾਕਾ ਸਿੰਘ ਵੈਸੇ ਜਦੋਂ ਤੁਸੀਂ ਪੜ੍ਹੋਗੇ ਨਾ ਤਾਂ ਕਈ ਵਾਰੀ ਇੰਜ ਭੁਲੇਖਾ ਪੈਂਦਾ ਹੈ ਕਿ ਬਲਾਕਾ ਸਿੰਘ ਤਿੰਨ ਨੇ। ਇੱਕ ਤੇ ਸਰਦਾਰ ਬਲਾਕਾ ਸਿੰਘ ਕੰਗ ਦਾ ਨਾਂ ਉੱਥੇ ਵੀ ਆਉਂਦਾ ਹੈ ਜਿੱਥੇ ਉਹ ਬਾਗ ਸਿੰਘ ਹੱਲੋਵਾਲੀਆ ਜਿਹੜੇ ਕਿ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਮਾਮਾ ਜੀ ਸੀ ਉਹਨਾਂ ਦੇ ਨਾਲ ਮਿਲ ਕੇ ਜਿਹੜਾ ਕੁਤਬਦੀਨ ਹੈ ਉਸ ਨੂੰ ਸੋਧਦੇ ਨੇ ਇੱਥੇ ਦੁਆਬੇ ਦੇ ਵਿੱਚ। ਬਲਾਕਾ ਸਿੰਘ ਕੰਗ ਜਿਹੜੇ ਖਬਰ ਲੈ ਕੇ ਜਾਂਦੇ ਨੇ ਉਹ ਵੀ ਇਹੀ ਨੇ। ਔਰ ਇਹ ਮੈਨੂੰ ਲੱਗਦਾ ਕਿ ਉਸ ਵੇਲੇ ਇਹਨਾਂ ਦਾ ਕਹਿ ਸਕਦੇ ਹੋ ਕਿ ਖੁਫੀਆ ਤੰਤਰ ਬਹੁਤ ਹੀ ਵਧੀਆ ਹੈ। ਇਸੇ ਕਰਕੇ ਕੁਤਬਦੀਨ ਦੀ ਜਾਂ ਨਸੀਰਦੀਨ ਦੀ ਜਿਹੜੀ ਖਬਰ ਹੈ ਇਹ ਵੀ ਸਰਦਾਰ ਬਾਗ ਸਿੰਘ ਹੱਲੋਵਾਲੀਆ ਨੂੰ ਇਹੀ ਆ ਕੇ ਦਿੰਦੇ ਨੇ ਕਿ ਉਹ ਇਸ ਵੇਲੇ ਆ ਕੇ ਇਸ ਇਲਾਕੇ ਦੇ ਵਿੱਚ ਇਸ ਜੰਗਲ ਦੇ ਵਿੱਚ ਸ਼ਿਕਾਰ ਖੇਡਦਾ। ਇੱਕ ਸਰਦਾਰ ਬਲਾਕਾ ਸਿੰਘ ਸਾਂਗਣਾ ਨੇ ਜਿਹੜੇ ਕਿ ਭਾਈ ਤਾਰਾ ਸਿੰਘ ਵਾਂ ਦੇ ਨਾਲ 1726 ਦੇ ਵਿੱਚ ਸ਼ਹੀਦ ਹੋ ਜਾਂਦੇ ਨੇ। ਸੋ ਇਸ ਕਰਕੇ ਇਸ ਤੱਥ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਉਸ ਵੇਲੇ 18ਵੀਂ ਸਦੀ ਦੇ ਵਿੱਚ ਬੇਸ਼ੱਕ ਸਿੱਖਾਂ ਦੇ ਸਿਰਾਂ ਦੇ ਮੁੱਲ ਪੈ ਰਹੇ ਸੀ ਪਰ ਜਿਹੜਾ ਸਿੱਖਾਂ ਦਾ ਖੁਫੀਆ ਤੰਤਰ ਹੈ, ਜਿਹੜਾ ਇੰਟੈਲੀਜੈਂਸ ਵਿੰਗ ਹੈ, ਜਿਹੜਾ ਉਹਨਾਂ ਦਾ ਕਹਿ ਸਕਦੇ ਹੋ ਕਿ ਸੂਹੀਆ ਵਿਭਾਗ ਹੈ ਉਹ ਇੰਨਾ ਜ਼ਿਆਦਾ ਐਕਟਿਵ ਹੈ ਜਾਂ ਕਹਿ ਸਕਦੇ ਹੋ ਕਿ ਇੰਨਾ ਜ਼ਿਆਦਾ ਸਰਗਰਮ ਹੈ ਕਿ ਉਸ ਵੇਲੇ ਦੇ ਸਿੱਖਾਂ ਨੂੰ ਜਿਹੜੀ ਕੱਲੀ ਕੱਲੀ ਖਬਰ ਹੈ ਉਹ ਪਹੁੰਚ ਰਹੀ ਨੇ। ਸੋ ਸਰਦਾਰ ਬਲਾਕਾ ਸਿੰਘ ਜਿਹੜੇ ਨੇ ਉਹਨਾਂ ਦੀ ਬਹੁਤ ਇੱਕ ਵੱਡੀ ਭੂਮਿਕਾ ਇਤਿਹਾਸ ਦੇ ਵਿੱਚ। ਸੋ ਕਈ ਵਾਰੀ ਅਸੀਂ ਜਾਂ ਸਟੇਜ ਦੇ ਉੱਪਰੋਂ ਜੋ ਕੋਈ ਸਾਡੇ ਕਾਵਿਕ ਸਰੋਤਾਂ ਦੇ ਵਿੱਚ ਹੁੰਦਾ ਹੈ ਉਹੀ ਸਾਡੇ ਸਾਹਮਣੇ ਪੇਸ਼ ਕਰ ਦਿੱਤਾ ਜਾਂਦਾ ਹੈ ਤੇ ਉਹ ਇੰਜ ਲੱਗਦਾ ਹੈ ਕਿ ਆਪਸ ਵਿੱਚ ਸਵਾਲ ਜਵਾਬ ਹੋਏ ਹੋਣਗੇ, ਬੋਲ ਕਬੋਲ ਹੋਏ ਹੋਣਗੇ, ਮਿਹਣੋ ਕਮੇਣੇ ਹੋਏ ਹੋਣਗੇ, ਪਰ ਇੰਜ ਕੋਈ ਗੱਲ ਨਹੀਂ ਹੈ। ਬਕਾਇਦਾ ਸਰਦਾਰ ਬਲਾਕਾ ਸਿੰਘ ਹੁਣਾਂ ਨੇ ਆਪਣੀ ਭੂਮਿਕਾ ਨਿਭਾਈ। ਵੈਸੇ ਮੈਂ ਇੱਕ ਅੰਗਰੇਜ਼ੀ ਦੇ ਸਰੋਤ ਦੇ ਵਿੱਚ ਵੀ ਪੜ੍ਹ ਰਿਹਾ ਸੀਗਾ ਕਿ ਇਹ ਜਿਹੜਾ ਸੂਹੀਆ ਤੰਤਰ ਨੇ ਹੀ ਉਹਨਾਂ ਨੂੰ ਬਲਾਕਾ ਸਿੰਘ ਨਾਮ ਦਿੱਤਾ ਸੀ। ਹੋ ਸਕਦਾ ਉਹਨਾਂ ਦਾ ਮੂਲ ਨਾਮ ਜਾਂ ਪਰਿਵਾਰਕ ਨਾਮ ਕੋਈ ਹੋਰ ਹੋਵੇ ਕਿਉਂਕਿ ਬੁਲਾਵਾ ਭਾਵ ਕੇ ਸੱਦਾ ਦੇਣਾ, ਖਬਰ ਲੈਣੀ, ਇਹਦੇ ਕਰਕੇ ਵੀ ਉਹਨਾਂ ਨੂੰ ਸ਼ਾਇਦ ਬਲਾਕਾ ਸਿੰਘ ਦਾ ਨਾਮ ਇੱਕ ਸਰੋਤ ਦੇ ਵਿੱਚ ਜ਼ਿਕਰ ਆਉਂਦਾ। ਪਰ ਉਹਦਾ ਅਥੈਂਟਿਸਿਟੀ ਇਸ ਕਰਕੇ ਮੈਂ ਜ਼ਿਆਦਾ ਨਹੀਂ ਗਿਣਦਾ ਕਿਉਂਕਿ ਉਸ ਤੋਂ ਪਹਿਲਾਂ ਵੀ ਸਿੱਖਾਂ ਦੇ ਵਿੱਚ ਸਰਦਾਰ ਬਲਾਕਾ ਸਿੰਘ ਸਾਂਗਣਾ ਦਾ ਨਾਮ ਵੀ ਬਲਾਕਾ ਸਿੰਘ ਹੈ ਜਿਹੜੇ 1726 ਦੇ ਵਿੱਚ ਸ਼ਹੀਦ ਹੋ ਚੁੱਕੇ ਨੇ। ਪਰ ਜਿਹੜੇ ਬੋਲੇ ਨੇ ਸਿੰਘਾਂ ਦੇ ਉਹ ਨਵਾਬ ਕਪੂਰ ਸਿੰਘ ਹੁਣਾਂ ਨੇ ਬਾਅਦ ਦੇ ਵਿੱਚ ਤਿਆਰ ਕੀਤੇ ਨੇ। ਸੋ ਸਮਝਣ ਵਾਲੀ ਗੱਲ ਇਹ ਹੈ ਕਿ ਉਸ ਵੇਲੇ ਸਿੱਖਾਂ ਦਾ ਖੁਫੀਆ ਤੰਤਰ ਜਿਹੜਾ ਉਹ ਬਹੁਤ ਮਜ਼ਬੂਤ ਸੀ। ਸੋ ਮੇਰੀ ਕੋਸ਼ਿਸ਼ ਸੀ ਕਿ ਜਿਹੜੇ ਛੋਟੇ ਛੋਟੇ ਕਹਿ ਸਕਦੇ ਹੋ ਕਿ ਇਤਿਹਾਸ ਦੇ ਵਿੱਚ ਦੁਬਿਧਾ ਪੈਦਾ ਕਰਨ ਵਾਲੇ ਭੁਲੇਖੇ ਹੁੰਦੇ ਆ ਉਹਨਾਂ ਬਾਰੇ ਤੁਹਾਡੇ ਨਾਲ ਜ਼ਰੂਰ ਜਾਣਕਾਰੀ ਸਾਂਝੀ ਕਰ ਸਕਾਂ। ਸੋ ਇੰਨੀਆਂ ਬੇਨਤੀਆਂ ਪ੍ਰਵਾਨ, ਫਤਿਹ ਦੀ ਸਾਂਝ, ਸਤਿਕਾਰ ਸਹਿਤ ਆਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।